ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪੇਜ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਲੀਆ ਕਲਾ ਤੋਂ। ਆइए ਸਰਵਣ ਕਰੀਏ ਅੱਜ ਦਾ ਹੁਕਮਨਾਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ, ਪੈਜ ਰਖਦਾਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਹਮ ਔਗਣ ਭਰੇ ਏਕ ਗੁਣ ਨਾਈ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁੱਲੀ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਪਰਮ ਸਤਿਕਾਰਯੋਗ ਗੁਰੂ ਪਿਆਰਿਓ, ਗੁਰੂ ਸਵਾਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰ ਵਾਲੀ ਸਤ ਸੰਗਤ ਜੀਓ। ਕਰੋ ਕਿਰਪਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅੱਜ ਰਹਿਮਤ ਸਦਕਾ ਜੋ ਪਾਵਨ ਹੁਕਮਨਾਮਾ ਭਗਤ ਕਬੀਰ ਜੀ ਦੇ ਰਾਹੀਂ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 509 ਅੰਗ ਦੇ ਉੱਤੇ ਸੁਭਾਏਮਾਨ ਨੇ। ਸਤਿਗੁਰੂ ਜੀ ਇੱਥੇ ਸ਼ਲੋਕ ਦੀ ਗੱਲ ਕੀਤੀ। ਇੱਥੇ 3 ਅੱਖਰਾਂ ਦਾ ਸੁਮੇਲੇ ਸ਼ਲੋਕ। ਇਹ ਭਾਵ ਸ਼ਲੋਕ ਦਾ ਜਿਹੜਾ ਕਿ ਮਹਾਂਪੁਰਸ਼ਾਂ ਨੇ ਸ਼ਲੋਕ ਦੇ ਵਿੱਚ ਜਿਹੜਾ ਪਰਮਾਤਮਾ ਦੇ ਲੋਕ ਵਿੱਚ ਰਹਿੰਦਾ ਜਾਂ ਪਰਮਾਤਮਾ ਦੇ ਸਮੀਪ ਜਾਂ ਪਰਮਾਤਮਾ ਦਾ ਸਰੂਪ ਹੈ ਸ਼ਲੋਕ। ਤੇ ਸਤਿਗੁਰੂ ਜੀ ਸ਼ਲੋਕ ਵਿੱਚ ਕਿਰਪਾ ਕਰਦੇ ਨੇ। ਕਬੀਰ ਮੁਕਤ ਦੁਆਰਾ ਸੰਕੜਾ, ਰਾਈ ਦਸਵੇਂ ਭਾਏ। ਹੁਣ ਸਤਿਗੁਰੂ ਜੀ ਭਗਤ ਕਬੀਰ ਜੀ ਇੱਥੇ ਉਸ ਮਾਰਗ ਦਾ ਰਸਤਾ ਦੱਸ ਰਹੇ ਨੇ, ਮੁਕਤੀ ਦਾ ਰਸਤਾ,
ਮੋਕਸ ਦਾ ਰਸਤਾ, ਜਿਹੜੇ परमात्मा ਦਾ द्वार ਦਾ ਰਸਤਾ ਕਿ ਕਿਤਨਾ ਛੋਟਾ ਹੈ। ਸਤਿਗੁਰ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੜਾ, ਸੰਕੜਾ ਕਹਿੰਦੇ ਨੇ ਜਿਹੜਾ ਸੁਕੜਿਆ ਹੋਵੇ। ਰਾਈ, ਜਿਵੇਂ ਅਸੀਂ ਸਰਸੋਂ ਕਿਸਾਨ ਵੀ ਰਾਈ ਬੋਂਦੇ ਨੇ, ਇੱਕ ਸਭ ਤੋਂ ਛੋਟਾ ਸਾਰਾ ਦਾਣਾ ਰਾਈ, ਉਹਦਾ ਪ੍ਰਮਾਣ ਦਿੰਦੇ ਨੇ ਕਿ ਰਾਈ ਦੇ 10ਵੇਂ ਹਿੱਸੇ ਦੇ ਬਰਾਬਰ ਉਹਦਾ ਦੁਆਰ ਹੈ। ਹੁਣ ਉਹਦੇ ਚ ਦੁਆਰ ਚ ਜਾਣਾ ਹੋਏ ਤੇ ਤੈਨੂੰ ਇਤਨਾ ਹੀ ਛੋਟਾ ਹੋਣਾ ਪਏਗਾ। ਛੋਟਾ ਭਾਵ ਤੇਰਾ ਜਿਹੜਾ ਅਹੰਕਾਰ ਹੈ ਨਾ, ਜਿਹੜਾ ਹਾਥੀ ਦੇ ਵਰਗਾ ਅਸਥੂਲ ਹੈ, ਇਹ ਪਰਮਾਤਮਾ ਦੇ ਦਰ ਚ ਕਿਵੇਂ ਜਾਏਗਾ, ਇਸ ਦੀ ਜੁਗਤੀ ਵੀ ਦੱਸੀ। ਤੇ ਸਤਿਗੁਰੂ ਜੀ ਮਿਹਰ ਕਰਦੇ ਨੇ, ਕਿਰਪਾ ਕਰਕੇ ਇਹ ਰਸਤੇ ਤੇ ਜਾਣਾ ਤੇ ਇਹ ਰਸਤਾ ਤੁਸੀਂ ਗੁਰੂ ਦੇ ਦਰ ਤੇ ਆ ਕੇ, ਸਤ ਸੰਗਤ ਵਿੱਚ ਆ ਕੇ, ਗੁਰੂ ਦੇ ਬਤਾਏ ਮਾਰਗ ਤੇ ਚੱਲੋਗੇ ਤੇ ਇੱਥੇ ਪਹੁੰਚ ਜਾਓਗੇ। ਹੁਣ ਕਬੀਰ ਜੀ ਦੇ ਸ਼ਬਦ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਵੀ 2 ਪੰਕਤੀਆਂ ਉਚਾਰਨ ਕੀਤੀਆਂ ਨੇ। ਪਹਿਲੇ ਆਪਾਂ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਲਈਏ। ਕਹਿੰਦੇ ਨੇ ਮੁਕਤ ਬਪੜੀ ਵੀ ਗਿਆਨੀ ਤਿਆਗੈ। ਜਿਹੜਾ ਗਿਆਨਵਾਨ ਹੁੰਦਾ ਹੈ ਨਾ, ਉਹ ਮੁਕਤਿਆਂ ਨੂੰ, ਮੋਕਸ ਨੂੰ ਆਪ ਕਿਰਪਾ ਕਰਦੇ ਨੇ ਤੇ ਕਹਿੰਦੇ ਨੇ ਜਿਹੜੇ ਗਿਆਨਵਾਨ, ਜਿਹੜੇ ਧਰਮੀ ਹੁੰਦੇ ਨੇ, ਉਹਨਾਂ ਦੀ ਇੱਛਾਵਾਂ ਜਿਹੜੀਆਂ ਨਾ, ਉਹ ਸਵਰਗ ਨਰਕ ਇਹਨਾਂ ਉੱਤੇ ਉਹਨਾਂ ਦਾ ਕੋਈ ਵੀ ਵਸ ਨਹੀਂ ਚੱਲਦਾ। ਕਹਿੰਦੇ ਨੇ ਅਗਰ ਉਸ ਦੁਆਰ ਤੇ ਤੂੰ ਜਾਣਾ, ਮੁਕਤ ਕਬੀਰ ਮੁਕਤ ਦੁਆਰਾ ਸੰਕੜਾ ਰਾਈ 10ਵੇਂ ਪਾਏ। ਹੁਣ ਇਹ ਕਿਰਪਾ ਕੀਤੀ ਮਨ ਤੋਂ ਮੈਗਲ। ਇਹ ਜਿਹੜਾ ਮਨ ਜਿਹੜਾ ਹੈ ਨਾ, ਮੈਗਲ, ਮੈਗਲ ਕਹਿੰਦੇ ਨੇ ਹਾਥੀ ਨੂੰ, ਅਸਥੂਲ ਵਰਗਾ। ਮਨ ਤੋਂ ਮੈਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ, ਇਹ ਕਿਵੇਂ ਨਿਕਲੇਗਾ। ਕਬੀਰ ਜੀ ਨੇ ਇੱਥੇ ਪੰਕਤੀ ਕੀਤੀ, ਦੁਆਰਾ ਕਹਿੰਦੇ ਨੇ ਦਰਵਾਜੇ ਨੂੰ, ਦੁਆਰਾ ਕਹਿ ਲੋ, ਦਰਵਾਜਾ ਕਹਿ ਲੋ, ਇੱਕੋ ਹੀ ਭਾਵ ਹੈ। ਹੁਣ ਮੰਦਰ ਬੜਾ ਸੋਹਣਾ ਹੋਵੇ, ਔਰ ਦੁਆਰੇ ਦਾ ਔਰ ਮੰਦਰ ਦਾ ਬੜਾ ਨਜ਼ਦੀਕ ਦਾ ਸੰਬੰਧ ਹੈ। ਸਤਿਗੁਰ ਕਿਰਪਾ ਕਰਦੇ ਨੇ, ਕਹਿੰਦੇ ਕਿਤਨਾ ਹੀ ਸੁੰਦਰ ਮੰਦਿਰ ਕਿਉਂ ਨਾ ਹੋਵੇ, ਬਿਨਾਂ ਦੁਆਰ ਤੋਂ ਉਹਦੇ ਅੰਦਰ ਪ੍ਰਵੇਸ਼ ਨਹੀਂ ਪਾਇਆ ਜਾ ਸਕਦਾ। ਤੇ ਇੱਥੇ ਕਹਿੰਦੇ ਨੇ ਭਗਤ ਕਬੀਰ ਜੀ, ਮੰਦਰ ਦੇ ਵਿੱਚ ਜਿਹੜਾ ਅੰਦਰ ਦਾਖਲ ਕਰਾਉਣ ਵਾਲੀ ਜਿਹੜੀ ਸ਼ਕਤੀ ਹੈ ਨਾ, ਉਹ ਵੇ ਦੁਆਰ। ਦੁਆਰ ਨੂੰ ਕਿਹਾ ਨਾਮ, ਨਾਮ ਰੂਪੀ ਜਿਹੜਾ ਦੁਆਰ ਹੈ ਨਾ, ਉਹ ਇਹ ਅਕਾਲ ਪੁਰਖ ਦੇ ਮੰਦਰ ਵਿੱਚ ਜਾਣ ਦਾ ਦੁਆਰ ਹੈ। ਤੇ ਮੁਕਤੀ ਆਪਣੇ ਆਪ ਵਿੱਚ ਇੱਕ ਮੰਦਰ ਹੈ। ਤੇ ਜਿਹੜਾ ਦਰਵਾਜ਼ਾ ਹੈ ਇਹ ਗਿਆਨ ਹੈ। ਗਿਆਨ ਨਾਲ ਤੈਨੂੰ ਵਿਕਾਰਾਂ ਦੀ ਮੁਕਤੀ ਹੋ ਜਾਂਦੀ ਹੈ, ਤੈਨੂੰ ਗੁਰੂ ਸੋਝੀ ਬਖਸ਼ ਦਿੰਦਾ। ਤੇ ਕਹਿੰਦੇ ਜਿਸ ਦੇ ਧਰਮ ਸ਼ਾਸਤਰਾਂ ਵਿੱਚ ਵੀ 4 ਦੁਆਰ ਪਾਲਕ ਮੰਨੇ ਹਨ, ਜਿਹਦੇ ਕਰਕੇ ਤੈਨੂੰ ਇਹ ਰਸਤੇ ਤੋਂ ਨਿਕਲਣੇ ਦਾ ਤੈਨੂੰ ਮਾਰਗ ਮਿਲ ਜਾਏ। ਸਤਿਗੁਰ ਕਿਰਪਾ ਕਰਦੇ ਨੇ, ਮੁਕਤ ਦੁਆਰ ਪਾਲਕ ਚਤੁਰ, ਸਮ ਸੰਤੋਖ ਵਿਚਾਰ, ਚੌਥੇ ਸਤ ਸੰਗਤ ਧਰਮ, ਮਹਾਪੂਜ ਨਿਰਧਾਰ। ਕਹਿੰਦੇ ਨੇ ਪਹਿਲਾ ਜਿਹੜਾ ਹੈ ਨਾ ਦੁਆਰਾ, ਜਿਹੜਾ ਹੈ ਪਾਲਕ, ਜਿਹੜਾ ਵੇ ਦੁਆਰਪਾਲ, ਉਹ ਸਮ ਦ੍ਰਿਸ਼ਟੀ। ਜਿਸ ਇਨਸਾਨ ਦੀ ਸਮ ਦ੍ਰਿਸ਼ਟੀ ਇੱਕ ਹੋ ਜਾਏ,
सच जानियो जे फिर ओदी बिरती जिहड़ी है ना परमात्मा विच समा जांदी है। सम दृष्टि दा भाव ओदी निगाह विच ना ते कोई बैरी होवे ते ना ही कोई दुश्मन होवे ते ना ही कोई मित्र होवे, ना ही गरीब होवे ते ना ही अमीर होवे। एक दृष्टि नाल सम दृष्टि भाव एक दृष्टि देखना, उच्चा नीचा नहीं देखना कि ये गरीब है कि अमीर है। सतगुरु जी ने इत्थे कृपा की, जिहड़ा सम दृष्टि वाला है ना वो द्वारपाल तो भाव ज्ञान रूपी दरवाजे तो मुक्त पा जाता है, मुक्ति पा जाता है। दूसरा द्वारपाल दसिया, 4 द्वारपाल दसे। पहला द्वारपाल सम दृष्टि, दूसरा संतोख, जिदे अंदर संतोख है वो सच जानियो जे ओदे अंदर निर्मलता होएगी, दया होएगी, ओदे अंदर एक सतगुरु जी कृपा कर दिंदे ने ते फिर उस नूं मुकत दा द्वार ज्ञान की प्राप्ति हो जाती है। तीसरा द्वारपाल दसिया सतगुरु जी ने विचार, जिसने गुरबाणी की विचार की। जिवें सतगुरु जी पंक्ति आंदी है, डिठै मुकत ना होवई, तेरे नक रगड़ने नाल मत्था टेकन नाल कुछ नहीं होना, क्यों जिचर शब्द ना धरे विचार। जब तक तू अपने अंदर दी गुरु दी विचार नू अपने अंदर प्रवेश नहीं करेगा ते कहंदे ने एक ज्ञान भी जिहड़ी विचार गुरु दी हुंदी है ना वो भी द्वारपाल है। मुकत द्वार पालक चतुर सम संतोख विचार, चौथे सत संगत धर्म। चौथा किहड़ा? सत संगत। कहंदे ने हर जी नूं जिहड़ा है ना वो अंकार नहीं पाउंदा। जिहड़ा सत संगत विच जांदा है ते फिर उहनूं सतगुर एक दृष्टि सम दृष्टि भी दिंदे ने ते संतोख भी दिंदे ने ते विचार भी दिंदे, तीनों गुण दिंदे। ते कहंदे ने जिहड़ा चौथा द्वार पा ले ना गुरु दा द्वार, वो सत संगत है। सत संगत विच आके तेनू चारों गुण मिल जाणगे। केड़ा गुण? सतगुर कहंदे सत संगत कैसी जानिए, जिथे एको नाम वखाणीए। जिथे तेनू सोझी बख्शी गई कि औमै दीरघ रोग है, ये जिहड़ा औमै जिहड़ा है ना ये दीरघ रोग है, ओदे नाल गुरु नूं नहीं पाया जा सकदा। ये जिहड़ा मुकत द्वार दा जिहड़ा छोटा सारा जिहड़ा राई दे 10वें द्वार विच कह दिंदे संकड़ा राई 10वें बॉय, ਇਹਦੇ ਵਿੱਚ ਜਾਣ ਵਾਸਤੇ ਤੈਨੂੰ ਸਤ ਸੰਗਤ ਦੇ ਵਿੱਚ ਆ ਕੇ ਤੈਨੂੰ ਸੋਝੀ ਪਏਗੀ। ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਰਤਦਾ। ਇਹ ਸੰਗਤ ਵਿੱਚ ਗੁਰੂ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਸੋਝੀ ਬਖਸ਼ਦੀ ਹੈ। ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ पाठ करने ता सतगुर सन सोझी बख्शदी है। विच संगत हर प्रभ वरतदा। ते ये मिलेगा किवें? बूझो शब्द विचार। ये गुरु दी सिक्ख्या नाल, सिक्खी सिक्ख्या गुर विचार मत विच रतन जवाहर माणक, जे एक गुर की सिख सुनी। जिन्हां ने इत्थे आके संगत विच आके शब्द दी विचार की ते बूझो, सतगुर फिर कृपा करदा है, फिर सम दृष्टि भी दे दिंदा है, फिर संतोख भी दे दिंदा है ते विचार नाल सत संगत भी बख्श दिंदा है। सतगुर कृपा करदे ने। कोई वड्डे भागां वाला है जिन्हां नूं सत संगत मिलदी है, नहीं ते सब अपने अपने माया दे कारां व्यारां च उलझे रहंदे ने। सतगुर कृपा करदे ने। सत संगत साध पाई वड भागी, मन चलतो भयो अरूला। कहंदे ने साध संग प्रभ देहो निवास, सरब सुख नानक परगास। जिन्हां नूं सत संगत मिल गई,
सच जानियो जे जिन्हां दे हिरदे विच वाहिगुरू दा प्रेम, वाहिगुरू दा प्यार, वाहिगुरू दी सरदा, वाहिगुरू दे नाम दी विचार चलदी है ना, ते गुरु उन्हां उत्ते मेहर करदा है। ते कहंदे ने मोए निर्गुण दीजे थाओ संत धर्म सलाइया। इत्थे सत संगत चाक ना, जिसले गुरु दी सलाह करेगा, उस्तत करेगा, ते तेरी जिन्ने भी जिहड़ी भुखा ने ना वो सारियां मिट जाणगियां। साचे नाम की लागै भुख। जिहड़ी भुख केड़ी, तेनू फिर बार बार भुख नहीं लगनी। जिवें साधु जी कृपा करते ने, त्रिपत बई सच भोजन खाया। जिसले त्रिपत हो जाता है, जिसले उन्होंने नाम रूपी भोजन मिलता है। ये भोजन अलग है संतो, किन्हू गुरमुख पाया। कहते कोई विरला ही है जिन्होंने सोझी आ जाती है कि ये जिहड़ा नाम रूपी भोजन है ये कोई विरले नहीं मिलता है। तो कहते फिर त्रिपत हो जाता है। जिन्हों मिल जाता है थाल विच तीन वस्तु पइयो, सत संतोख विचारो, अमृत नाम ठाकुर का पयो, जिसका सबद सुधारो। जे को खावे जे को पुंचे, तिसका होए उधारो। ते ओदा उधार हो जाता है जिहड़ा नाम रूपी भोजन नूं छकदा है। ते कहंदे ने फिर वो त्रिपत हो जाता है। त्रिपत भई सच भोजन खाया, अमृत नाम मन। जिसले नाम रूपी एक अगा जाता है, जिसले भोजन खांदा है, ते साधु कहंदे राज राज भोजन खाओ मेरे भाई, राज राज भोजन खाओ मेरे भाई। हे मेरे भाई, हे मित्र, ऐसा सतगुरु जिहड़ा अपना मित्र भरा बना रहा, नाल सोझी बख्शदा पिया। ये सोझी आएगी कित्थे? गुरु दी संगत। ते सतगुरु कृपा करदे ने, राज राज भोजन खाओ मेरे भाई, अमृत नाम रिद माहे ते आई। जिसले वो अकाल पुरख दे नाम नू अपने हिरदे च वसाएगा, ते सच जानी कबीर संगत साध की दिन दुन दूना हेत। फिर तेनू ए वस्त तजी न जाई, नित नित राख उधारो। ते सतगुरु ते कृपा करदे ने, जेड़ा सूखम द्वार है कबीर मुकत द्वारा संकड़ा, राई दसवें पाए। जेड़ा राई दा दसवें हिस्से दा हिस्सा वे, वो एकदम महीन, जिदे विच तेरी आना जाना की तेरा सोच भी नहीं जा सकती। ते कहंदे ने इहदे च पार किवें होएगा? ते सतगुर कहंदे ने मन तो मैगल होए रा, निकसिया क्यों कर जाए। हुण मन नूं जिहड़ी अहंता आई है, अहंकार आया, ज्ञान पढ़ाई दा ज्ञान, ओदा अहंकार, कपड़ियां दा अहंकार, खान पीन दा अहंकार, माया दा अहंकार, पुत्रा दा अहंकार। इतने अहंकार तेरे ते चिंबड़े हुए ने कि मन ते तेरा हाथी वर्गा है। हुण मुकत द्वारा एक सुख मता छोटा जिहा संकड़ा निकलेगा किवें? मन तो मैगल होए रहा, निकसिया क्यों कर जाए। हुण इहदे तो निकलने वास्ते तेनू गुरु दी संगत विच आना पेगा। ज्ञान जिसले तेनू प्राप्त होएगा ना, ते सतगुर कहंदे मन मैगल साकत देवाना। जिहड़ा अहंकारी आदमी हुंदा ना, ते उन्हां दी दोस्ती भी जिहड़ी है ना, वो ऐसे इंसानां नाल ही हुंदी है। उन्हां नूं ना ते गुरबाणी विच भी विचार आई कि जेड़ा नाम नूं नहीं जपदा, जेड़े अहंकारी ने होमे ही चाहे ने, माया धारी अत अन्ना बोला। शब्द जिन्हां दे उत्ते माया चमड़ी, ते चाहे जितना उन्हां कोल धन आ जाए, ते ओ ना ते उन्हां नूं शब्द पसंद आंदा ते ना गुरु दी बाणी पसंद आंदी। ते ओ किवें निकलणगे बाहर? ते कहंदे नानक हस्ती कुंडे बाहरा, फिर उजड़ पाए।
ਉਹ ਆਥੀ ਦੇ ਹਰ ਅਹੰਕਾਰ ਵਿੱਚ ਇੱਧਰ ਤੇ ਉੱਧਰ ਅਸਥੂਲ ਜਿਹੜਾ ਹੈ ਨਾ ਉਹਦਾ ਸਰੀਰ ਉਹ ਗਿਆਨ ਰੂਪੀ ਸੂਖਮ ਵਿੱਚ ਕਿਵੇਂ ਨਿਕਲੇਗਾ। ਤੇ ਸਤਿਗੁਰੂ ਜੀ ਅਗਲੀ ਪੰਕਤੀ ਕਿਰਪਾ ਕਰਦੇ ਨੇ, ਐਸਾ ਸਤਿਗੁਰ ਜੇ ਮਿਲੈ, ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਕਹਿੰਦੇ ਨੇ ਐਸਾ ਸਤਿਗੁਰ ਮਿਲ ਜਾਏ, ਤੁਠਾ ਕਹਿੰਦੇ ਨੇ ਪ੍ਰਸੰਨ, ਦਿਵਸ ਰਾਤ ਕੇ ਕੁਕਦੇ ਕਬੋ ਤਾਂ ਸੁਨੇ ਪੁਕਾਰ। ਕਹਿੰਦੇ ਨੇ ਜਿਸਲੇ ਦਰ ਤੇ ਆਏਗਾ, ਗੁਰੂ ਦੇ ਦਰ ਤੇ ਆਏਗਾ, ਬਾਣੀ ਨੂੰ ਪੜ੍ਹੇਗਾ, ਚੌਥਾ ਦਵਾਰਪਾਲ ਜਿਹੜੀ ਸਤ ਸੰਗਤ ਹੈ ਨਾ, ਤੇ ਗੁਰੂ ਟੁੱਟ ਜਾਏਗਾ। ਤੁਠਾ ਭਾਉ ਪ੍ਰਸੰਨ ਹੋਣਾ, ਪਸਾਓ ਦਾ ਭਾਉ ਦਾਤ ਦੇਣਾ, ਤੇ ਉਹ ਤੈਨੂੰ ਐਸੀ ਦਾਤ ਦੇਗਾ ਕਿਹੜੀ। ਆਪ ਜੀ ਸੁਖਮਨੀ ਸਾਹਿਬ ਜੀ ਦਾ ਰੋਜ਼ ਪਾਠ ਕਰਦੇ ਹੋ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ, ਤਿਸ ਕੇ ਸੰਗ ਸਿਖ ਉਦਰੇ, ਨਾਨਕ ਹਰ ਗੁਣ ਗਾਓ। ਉਹ ਜਿਹੜਾ ਮਾਲਕ ਹੈ ਨਾ, ਫਿਰ ਤੇਰੇ ਤੇ ਟੁੱਟ ਕੇ, ਤੇਰੇ ਤੇ ਖੁਸ਼ ਹੋ ਕੇ, ਤੇਰੇ ਤੇ ਪ੍ਰਸੰਨ ਹੋ ਕੇ ਨਾਮ ਦਾ ਪਸਾਓ ਦਾਤ ਦੇਖ ਦੇਗਾ। ਹੁਣ ਮੁਕਤ ਦੁਆਰਾ ਮੋਕਲਾ, ਪਹਿਲੇ ਕਹਿਤਾ ਰਾਈ ਦੇ 10ਵੇਂ ਦਵਾਰ ਦੇ ਬਰਾਬਰ ਹੈ। ਤੇਰਾ ਸਰੀਰ, ਤੇਰਾ ਮਨ, ਤੇਰਾ ਅਹੰਕਾਰ ਦੇ ਬਰਾਬਰ, ਜਿਹੜਾ ਹਾਥੀ ਦੇ ਬਰਾਬਰ ਹੈ। ਇਹ ਕਿਵੇਂ ਨਿਕਲੇਗਾ। ਤੇ ਕਹਿੰਦੇ ਜਿਸਲੇ ਗੁਰੂ ਤੇਰੇ ਤੇ ਕਿਰਪਾ ਕਰ ਦੇਗਾ ਨਾ, ਤੇਰੇ ਉੱਤੇ ਪ੍ਰਸੰਨ ਹੋ ਜਾਏਗਾ, ਨਾਮ ਦੀ ਦਾਤ ਦੇ ਦੇਗਾ, ਤੇ ਉਹੀ ਮੁਕਤ ਦੁਆਰਾ ਕੀ ਹੋ ਜਾਏਗਾ। ਮੁਕਤ ਦੁਆਰਾ ਮੋਕਲਾ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ, ਸਹਿਜੇ ਆਵੋ ਜਾਓ। ਕਹਿੰਦੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਨਾ, ਉਹ ਜਿਸ ਲਈ ਗੁਰੂ ਤੈਨੂੰ ਗਿਆਨ ਬਖਸ਼ਿਸ਼ ਕਰ ਦੇਗਾ, ਉਹ ਮੋਕਲਾ ਖੁੱਲਾ ਹੋ ਜਾਏਗਾ। ਫਿਰ ਤੂੰ ਚਾਹੇ ਇਹਦੇ ਚ ਆ ਆਨੰਦ ਪਾ। ਮੁਕਤ ਮੰਦਰ ਦੇ ਵਿੱਚ ਤੇਰਾ ਮੰਦਰ ਵਿੱਚ ਆਣਾ ਜਾਣਾ ਹੋ ਜਾਏਗਾ। ਤੇ ਸਤਿਗੁਰੂ ਇੱਥੇ ਤੀਸਰੀ ਪਾਤਸ਼ਾਹੀ ਜੀ ਕਬੀਰ ਜੀ ਦੇ ਬਚਨਾਂ ਦੇ ਨਾਲ ਮੋਹਰ ਲਗਾਉਂਦੇ ਨੇ। ਮਹਲਾ ਤੀਜਾ, ਮੁਕਤ ਨਾਨਕ ਮੁਕਤ ਅਤ ਨਿੱਕਾ। ਹੁਣ ਨਿੱਕਾ ਦੇ ਭਾਵ ਦੋ ਆ ਜਾਣਗੇ। ਹੈ ਬਚਨ ਇੱਕੋ ਹੀ ਨਿੱਕਾ। ਕਹਿੰਦੇ ਤੇਰੇ ਕੰਮ ਬੜੇ ਨਿੱਕੇ ਨੇ, ਨਿੱਕੇ ਬਾਈ ਚੰਗੇ। ਕਹਿੰਦੇ ਤੂੰ ਬੜਾ ਨਿੱਕਾ, ਨਿੱਕਾ ਮਾਨੇ ਛੋਟਾ। ਹੁਣ ਦੋਨੋਂ ਭਾਵ। ਤੇ ਇੱਥੇ ਸਤਿਗੁਰੂ ਜੀ ਦੂਸਰਾ ਭਾਵ ਦੱਸਦੇ ਨੇ, ਤੂੰ ਕਿਤਨਾ ਨਿੱਕਾ, ਨਿੱਕਾ ਭਾਵ ਤੂੰ ਕਿਤਨਾ ਛੋਟਾ ਹੈ। ਤੇ ਕਹਿੰਦੇ ਨਾਨਕ ਮੁਕਤ ਦੁਆਰਾ ਅਤ ਨਿੱਕਾ, ਇੱਕਦਮ ਸੂਖਮ, ਜਿਹਦਾ 10ਵੇਂ ਦੁਆਰ ਕਹਿੰਦੇ ਨਾ, 10ਵਾਂ ਰਾਈ ਦਾ ਹਿੱਸਾ। ਇੱਥੇ ਸਤਿਗੁਰੂ ਕਹਿੰਦੇ ਅਤ ਨਿੱਕਾ, ਨਾਨਾ ਹੋਏ ਸੋ ਜਾਏ। ਹੁਣ ਨਿੱਕਾ ਵੀ ਇੱਕੋ ਹੀ ਵਰਡ ਹੈ ਤੇ ਨਾਨਾ ਵੀ ਇੱਕੋ ਹੀ ਵਰਡ ਹੈ। ਕਹਿੰਦੇ ਨੇ ਛੋਟਾ ਜਿਹਾ ਜਿਸ ਲਈ ਤੂੰ ਹੋ ਜਾਏਗਾ, ਗਿਆਨ ਮਿਲੇਗਾ, ਗੁਰੂ ਦੀ ਮੱਤ ਪ੍ਰਾਪਤ ਕਰੇਗਾ, ਤੇ ਤੂੰ ਇਹ ਮੁਕਤ ਦੁਆਰੇ ਚੋਂ ਆ ਜਾ ਸਕਣਾ। ਨਾਨਕ ਮੁਕਤ ਦੁਆਰਾ ਅਤ ਨਿੱਕਾ, ਨਾਨਾ ਹੋਏ ਸੁਜਾਏ। ਤੀਸਰੇ ਪਾਤਸ਼ਾਹ ਸਤਿਗੁਰੂ ਜੀ ਮੁਕਤੀ ਦੇ ਦਰਬਾਰੇ ਨੂੰ ਗਿਆਨ ਅਤੇ ਕਹਿੰਦੇ ਨੇ ਬਹੁਤ ਛੋਟਾ ਸਾਰਾ ਸੁਖਮ ਮਨ ਨਿੱਕਾ ਹੋ ਜਾਏਗਾ। ਹੰਗਤਾਂ ਤੋਂ ਰਹਿਤ, ਕਮੰਡ ਤੋਂ ਰਹਿਤ, ਹਉਮੈ ਤੋਂ ਰਹਿਤ, ਤੇ ਫਿਰ ਉਹ ਇਹਦੇ ਅੰਦਰ ਪ੍ਰਵੇਸ਼ ਪਾ ਸਕਦਾ ਹੈ। ਜਿਵੇਂ ਕਬੀਰ ਜੀ ਨੇ ਇੱਕ ਪੰਕਤੀ ਉਚਾਰਨ ਕੀਤੀ, ਹਰ ਹੈ ਖਾਂਡ ਰੇਤ ਮੈਂ ਬਿਖਰੀ। ਦੇਖੋ ਕਿਤਨੇ ਸਰਲ ਭਾਸ਼ਾ ਚ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਹਾਥੀ ਉਹਨੂੰ ਨਹੀਂ ਖਾ ਸਕਦਾ। ਇਹਦਾ ਭਾਵ ਜਿਹੜਾ ਤੇਰਾ ਹਾਥੀ ਵਰਗਾ ਅਹੰਕਾਰ ਅਸਥੂਲ ਹੈ ਨਾ, ਇਹ ਉਹਨੂੰ ਨਹੀਂ ਪਾ ਸਕਦਾ। ਤੇ ਕਹਿੰਦੇ ਨੇ ਪਾਏਗਾ ਕਿਵੇਂ। ਕਹੇ ਕਬੀਰ ਗੁਰੂ ਭਲੀ 부ਜਾਈ, ਕਹੇ ਕਬੀਰ ਭਲ ਬੁਰੀ। ਕਹਿੰਦੇ ਭਲੀ 부ਜਾਈ, ਉਹਨੇ ਤੈਨੂੰ ਸੋਝੀ ਦੇ ਦਿੱਤੀ। ਕਿਹੜੀ ਸੋਝੀ। ਕੀਟੀ ਹੋਏ ਕੇ ਖਾਏ। ਚੀਟੀ ਜਗ੍ਹਾ ਬਣਾ, ਆਪਣੇ ਅਹੰਕਾਰ ਨੂੰ ਛੋਟਾ ਕਰ ਲੈ। ਤੇ ਕਹਿੰਦੇ ਨੇ ਨਾਨਕ
मुकत द्वारा अत निका नाना होए सुजाए। धन गुरु अमरदास जी महाराज जी ने पहली पंक्ति ची दोनों जवाब ते उत्तर भी देता, प्रश्न किया कि ये द्वारा बड़ा निक्का है ते कहंदे ने तेनू नाना होना पेगा, तेनू छोटा जिहा होना पेगा, तेनू अपने अहंकार नू हटाना पेगा। ते कहंदे होम मैं मन अस्थूल है, हम मैं मन अस्थूल है। कहंदे जेड़ा जेड़ा तेरा मन है ना ये अहंता नाल ममता नाल इतना मोटा हो रहा है क्यों कर विच दे जाए। कहंदे ने किवें निकलेगा, जेड़ा दरवाजा एकदम छोटा सरा है ते हे मेरे मन तेनू गुरुदेव दी गुरु दे दर ते आके बचना ते पालन करेगा, गुरु तेनू बख्शिश करेगा। ते कहने सतगुर मिलिए हो मैं गई, सतगुर मिलिए हो मैं गई। सतगुरु नू मिलेगा तेरी होमे जाएगी ते कि जोत रही सब आए। सारियां दे विच तेरा जिसले अंदरों दी अहंकार मिल जाए हट जाएगा ते सतगुरां दा मिलाप हो जाएगा ते तेरे अंदरों दी हंगता ममता ओमे ये सारी नाश हो जाएगी। ते निश्चय कर वाहिगुरू दे चेतन दे नाम दे विच तेरी समाई हो जाएगी, नाम दे तू समा जाएगा। ते कहंदे ने ए जियो सदा मुक्त है सहजे रहा समाए। कहंदे ने ये जड़ा ज्ञान है ना ये इतना छोटा सरा मुकत द्वार है। ते कहंदे ने पौड़ी हुण इत्थे टाइम भी हो गया, सतगुर पौड़ी दे आपां व्याख्यान करिए। पौड़ी कहंदे ने जेड़ी नीचे तो लैके छत दे जान दा रस्ता, पौड़ी पौड़ियां दे रस्ते जाने। ते कहंदे ने जेड़ा धर्म दी पौड़ी की है ज्ञान नाम दी, नाम नू पढ़ांगे ते सतगुर दे दर ते पहुंचांगे। जिवें सतगुरु गुरु अर्जन देव जी महाराज कृपा करदे ने संत का मार्ग धर्म की पौड़ी, संत का मार्ग धर्म की पौड़ी को वड भागी पाए, को वड भागी पाए। कोई भागा वाला आप जी नाल सांझ करिए। सतगुरु जी कृपा करते ने आपां रहरास साहिब रोज पढ़ते हैं। मेरे माधो जी मेरे माधो जी सत संगत मिले सो तरिया, गुर प्रसाद परम पद पाया सूके काष्ट हरिया। सतगुरु जी इत्थे कृपा करते ने। धन गुरु अर्जन देव जी दे समकाल दे विच एक माधो दास होया जेड़ा कि गुरु दा प्रचार करदा सी। ते ओ कहंदे ने जिस जगह ते प्रचार करदा सी कश्मीर दा कोई इलाका सी ते उथे एक जेड़ी जगह प्रचार करदा सी बाणी कथा करदा सी उथे की होया राजे ने एक ढिंडोरा पिटवाया कि भाई चोरियां बड़ी हो रही ने, चोरियां चोर पकड़े नहीं जा रहे ते 10 बजे जेड़ा वे 10 दे बाद जेड़ा भी निकलेगा ते ओनू फांसी ते लटका दिता जाएगा। इतना बड़ा फैसला लिया। हुण माधो दास जी गुरु नानक दी बाणी दी विचार करते सन ते संगत बड़ी बैठदी सी। हुण उत्थे संगत बैठी हुई है ते रात दे कदी 11 बज जान कदी 11:30 बज जान। संगतां ने बेनती की कि महापुरुषों सरकार दा आदेश 10 तो ते उन्होंने 10 तो पहले समाप्ति शुरू कर दी। एक दिन ऐसा आया कि वो अपनी मौज विच गुरु नानक दी बाणी पढ़ रहे ने, बाणी दा प्रचार करते पे ने। जिसले संगत ने देखा 10 बज गए ते एक एक करके सारे दे सारे जिहड़े ना वो उठ के चले गए। एक बच्चा सी नौजवान वो संगत महापुरुषां दी रोज करदा, उन्हें भी अखां बंद कीतियां, ध्यान ही ना रहा। ते जिसले रात नूं 11 बज गए वो बाहर निकलिया ते राजे दे सिपाहियां ने उन्होंने फड़ लिया। हुण फड़ के ते कहंदे ने तैनूं फांसी देनी है। उन्होंने उन्होंने फड़ के ते राजे दे दरबार इस वेले पेश किया। आपां संक्षेप ही चलीए क्योंकि टाइम की पाबंदी।
ਕਹਿੰਦੇ ਨੇ ਰਾਜੇ ਕੋਲ ਪੇਸ਼ ਕੀਤਾ। ਰਾਜੇ ਨੇ ਕਿਹਾ ਤੇਰਾ ਘਰ-ਬਾਰ ਪੂਆ ਕਿੱਥੇ? ਕਹਿੰਦਾ ਫਲਾਨੀ ਜਗ੍ਹਾ ਤੇ। ਉਹਦੇ ਘਰ ਵਾਲਿਆਂ ਨੂੰ ਬੁਲਾਇਆ ਗਿਆ, ਮਾਂ ਪਿਓ ਨੂੰ। ਮਾਂ ਪਿਓ ਆਏ, ਕਹਿੰਦੇ ਨੇ ਤੇ ਸਾਰਾ ਦਿਨ ਵਿਹਲਾ ਰਹਿੰਦਾ, ਸਤ ਸੰਗਤ ਵਿੱਚ ਰਹਿੰਦਾ, ਇੱਧਰ ਉੱਧਰ ਘੁੰਮਦਾ ਰਹਿੰਦਾ। ਸਾਡਾ ਤੇ ਇਹਦੇ ਨਾਲ ਕੋਈ ਮਤਲਬ ਹੀ ਨਹੀਂ, ਕਿਉਂਕਿ ਜਿਸ ਲਈ ਇਨਸਾਨ ਇਹ ਧਰਮਾਂ ਵਿੱਚ ਰਹਿੰਦੇ ਨਾ ਤੇ ਉਹ ਬੇਰਾਗ ਦੀ ਸਥਿਤੀ ਚ ਆ ਜਾਂਦਾ। ਉਹਨੂੰ ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸਿੱਚੇ ਨਾਏ, ਦਰਵਾਟ ਉੱਪਰ ਖਰਚ ਮੰਗਾ, ਜਬੇ ਦੇਤਾ ਖਾਏ। ਉਹ ਗੁਰੂ ਦੇ ਦਰ ਤੇ ਹੀ ਆਉਂਦੇ ਨੇ। ਤੇ ਮਾਂ ਪਿਓ ਨੇ ਕਿਹਾ ਉਹਨਾਂ ਦੇ ਨਾਲ ਕੀ ਲੈਣਾ ਦੇਣਾ। ਤੇ ਫਿਰ ਉਹਦੀ ਪਤਨੀ ਨੂੰ, ਬੱਚਿਆਂ ਨੂੰ ਬੁਲਾਇਆ ਗਿਆ। ਕਹਿੰਦੇ ਨੇ ਇਹ ਤੇ ਨਿਖੱਟੂ, ਇਹ ਸਾਰਾ ਦਿਨ ਇੱਧਰ ਉੱਧਰ ਹੁੰਦਾ, ਅਸੀਂ ਇਹਦੇ ਕੰਮ ਵਿੱਚ ਕਿਉਂ ਦਖਲ ਦੀ? ਸਾਡੇ ਨਾਲ ਕੋਈ ਵਾਸਤਾ ਨਹੀਂ। ਜਿਹੜੀ ਕਿ ਅਗਲੀ ਪੰਕਤੀ ਪ੍ਰਮਾਣ ਦਿੰਦੀ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ ਠਰਿਆ, ਜਨਨ ਪਿਤਾ ਲੋਕ ਸੁਤ ਬੰਤਾ, ਕੋਏ ਨਾ ਕਿਸਕੀ ਧਰਿਆ। ਜਿਹੜਾ ਜਨਨ ਮਾਂ ਪੈਦਾ ਕਰਨ ਵਾਲੀ, ਪਿਓ ਪਾਲਣੇ ਕਰਨ ਵਾਲਾ, ਜਿਸ ਸਾਰਿਆਂ ਨੇ ਨਾ ਕਰ ਦਿੱਤੀ ਤੇ ਕਹਿੰਦੇ ਨੇ ਹੋਰ ਕੋਈ ਬਚਿਆ? ਕਹਿੰਦਾ ਜਿਹੜਾ ਮੇਰਾ ਮਹਾਂਪੁਰਸ਼ ਮਾਧੋ ਦਾਸ ਜੀ ਨੇ, ਉਹਨਾਂ ਨੂੰ ਬੁਲਾਇਆ ਜਾਏ। ਤੇ ਮਾਧੋ ਦਾਸ ਜੀ ਆਏ। ਮਾਧੋ ਦਾਸ ਜੀ ਨੂੰ ਜੀ ਪੁੱਛਿਆ ਕੌਣ ਹੈ? ਹੁਣ ਸੰਤ ਤੇ ਪਰਉਪਕਾਰ ਕਰਦੇ ਨੇ, ਕਹਿੰਦੇ ਤੁਸੀਂ ਕੁਝ ਵੀ ਸਮਝ ਲਓ, ਮੇਰਾ ਪੁੱਤਰ ਸਮਝ ਲਓ, ਮੇਰਾ ਸਿੱਖ ਸਮਝ ਲਓ, ਬਾਣੀ ਸੁਣਨ ਵਾਲਾ ਸੰਗਤੀ ਸਮਝ ਲਓ। ਤੇ ਰਾਜੇ ਨੇ ਸੋਚਿਆ ਸੰਤਾਂ ਦਾ ਤੇ ਇੱਕ ਵਿਚਾਰ ਹੁੰਦੀ ਹੈ ਕਿ ਤਾਰਨਾ, ਸ਼ਾਇਦ ਇਹਨੂੰ ਬਚਾ ਰਹੇ ਨੇ। ਤੇ ਉਹਨੂੰ ਰਾਜੇ ਨੇ ਕਿਹਾ ਜਾਓ ਇਹਨੂੰ ਸੂਲੀ ਤੇ ਲਟਕਾ ਦੋ। ਹੁਣ ਲੱਕੜੀ ਸੁੱਕੀ, ਇੱਧਰ ਉਹਨੂੰ ਸੂਲੀ ਤੇ ਲਟਕਾ ਲਗੇ ਨੇ, ਉਧਰ ਮਾਧੋ ਦਾਸ ਜਿਹੜਾ ਨਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਧਿਆਨ ਰੱਖ ਕੇ ਅਰਦਾਸ ਕਰਦਾ ਪਿਆ ਕਿ ਸਤਿਗੁਰੂ ਜੀ ਆਪਣੇ ਧਰਮ ਦੀ, ਆਪਣੇ ਬਿਰਧ ਦੀ ਤੁਸੀਂ ਪੈਜ ਰੱਖਣੀ ਹੈ। ਹੁਣ ਇੱਧਰ ਉਹਨੂੰ ਸੂਲੀ ਤੇ ਲਟਕਾਉਂਦੇ ਪਏ ਨੇ, ਜਿਸ ਲਈ ਕਿਲਾ ਲੱਕੜੀ ਤੇ ਪਾਇਆ ਗਿਆ ਤੇ ਆਰ ਪਾਰ ਹੋ ਗਿਆ। ਇਤਨੀ ਮੁਲਾਇਮ ਲੱਕੜੀ ਹਰੀ ਹੋ ਗਈ। ਤੇ ਰਾਜਾ ਵੀ ਤੇ ਜਿਤਨੀ ਉੱਥੇ ਪ੍ਰਜਾ ਸੀ ਤੇ ਮਾਧੋ ਦਾਸ ਨੂੰ ਬੜੇ ਅਸਰਜ ਹੋਏ। ਤੇ ਇਹਦੀ ਪੰਕਤੀ ਦਾ ਸਤਿਗੁਰੂ ਜੀ ਨੇ ਕਿਰਪਾ ਵੀ ਕੀਤੀ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਪਰਮ ਪਦ ਪਾਇਆ। ਉਹ ਗਤੀ ਮਿਲ ਗਈ, ਸੂਕੇ ਕਾਸ਼ਟ ਹਰਿਆ। ਸੁੱਕੀ ਲੱਕੜੀ ਵੀ ਜਿਹੜੀ ਸੀ ਨਾ ਉਹ ਹਰੀ ਹੋ ਗਈ। ਕਿਹਦੀ ਵਜ੍ਹਾ ਨਾਲ? ਸਤ ਸੰਗਤ ਦੀ ਵਜ੍ਹਾ ਨਾਲ। ਹੁਣ ਇੱਥੇ ਰਾਜਾ ਬੜਾ ਵਿਸਮਾਦ ਹੋ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਮਾਧੋ ਦਾਸ ਦੇ ਚਰਨਾਂ, ਕਹਿੰਦਾ ਮੇਰੇ ਚਰਨਾਂ 'ਚ ਨਾ ਡਿੱਗ, ਅਗਰ ਚਰਨਾਂ 'ਚ ਡਿੱਗ ਨਹੀਂ ਤੇ ਅੰਮ੍ਰਿਤਸਰ ਜਾ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਡਿੱਗ, ਜਿਹੜਾ ਗੁਰੂ ਨਾਨਕ ਦੀ ਪੰਜਵੀਂ ਜੋਤ ਹੈ। ਮੈਂ ਤੇ ਉਹਦਾ ਕੂਕਰ ਹਾਂ, ਮੈਂ ਤੇ ਉਹਦਾ ਕੇਵਲ ਪ੍ਰਚਾਰ ਕਰਨਾ। ਹੁਣ ਸਾਰੇ ਜਨੇ ਧੰਨ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੇ। ਹੁਣ ਸਾਡਾ ਗੁਰੂ ਦੇਖੋ ਕਿਤਨਾ ਪੂਰਾ ਪ੍ਰਭ ਆਰਾਧਿਆ, ਪੂਰਾ ਜਗ ਕਾ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਇਤਨਾ ਨਿਮਰਤਾ ਵਾਲਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਇਹਨੂੰ ਸੂਲੀ ਤੇ ਲਟਕਾਇਆ ਤੇ ਮੈਂ ਬਚਾਇਆ। ਸਤਿਗੁਰ ਨੇ ਪੰਕਤੀ ਉਚਾਰਨ ਕੀਤੀ, ਜਿੱਥੇ ਮਾਂ ਪਿਓ ਭੈਣ ਭਰਾ ਬੱਚੇ ਸੁੱਤ ਬੰਤਾ ਜਨਾਨੀ ਕੋਈ ਵੀ ਨਹੀਂ ਰੱਖਦਾ, ਉੱਥੇ ਗੁਰੂ ਫਿਰ ਕਿਰਪਾ ਕਰਦਾ। ਤੇ ਕਹਿੰਦੇ ਨੇ ਮਾਧੋ ਦਾਸ ਜੀ ਇਹ ਮੈਂ ਨਹੀਂ ਕੀਤਾ, ਇਹ ਤੁਹਾਡੀ ਸੰਗਤ ਨੇ ਬਚਾਇਆ। ਤੇ ਆਪ ਜੀ ਨੇ ਪੰਕਤੀ ਉਚਾਰਨ ਕੀਤੀ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਹੋਈ, ਇਹ ਪਰਮ ਗਤੀ ਨੂੰ ਮਿਲੀ, ਸੂਕੇ ਕਾਸ਼ਟ ਹਰਿਆ। ਸੁੱਕੀ ਲੱਕੜੀ ਵੀ ਹਰੀ ਹੋ ਜਾਂਦੀ ਏ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ। ਤੇ ਇੱਥੇ ਸਤਿਗੁਰੂ ਕਹਿੰਦੇ ਨੇ, ਧਰਮ ਕਾ ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਕੋਈ ਵਿਰਲੇ ਹੀ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਸਤ ਸੰਗਤ ਮਿਲਦੀ ਏ। ਸਤਿਗੁਰੂ ਫਿਰ ਅੱਗੇ ਇਹ ਪਾਵਨ ਸ਼ਬਦ ਆਏਗਾ ਤੇ ਆਪ ਜੀ ਨਾਲ ਇਹਦੀ ਸਾਂਝ ਕਰਾਂਗੇ, ਕਿਉਂਕਿ ਵਕਤ ਵਿਚਾਰੇ ਸੋ ਬੰਦਾ ਹੋਏ। 5-10 ਮਿੰਟ ਉੱਪਰ ਵੀ ਹੋ ਗਏ ਨੇ। ਇਹਦੀ ਖਿਮਾ ਭੁੱਲਾਂ ਚੁੱਕਣ ਦੀਆਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਆਪ ਜੀ ਨੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਜ਼ਰੂਰ ਦਬਾਓ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।